सत श्री अकाल दोस्तों, मैं सुरेंद्र छाबड़ा, तुसीं देख रहे हो 10 सिटी ने। अज असीं पहुंचे पिंड चकराइयां दे डाक घर भारतीय डाक विभाग का जो इत्थे ऑफिस है, पोस्ट ऑफिस, इत्थे पहुंचे। सो इत्थे बड़ा एक वड्डा जो मामला सामने आया। इत्थे जो सैकड़ियां की गिनती इत्थे लोग इकट्ठे होए हैं, लोग प्रदर्शन कर रहे हैं, लोग जिहड़े है ताला जड़न की गल कर रहे हैं गेट नूं। इत्थे गलबात करांगे लोकां नाल कि वड्डा एक घोटाला जो है तिख दा घोटाला दस्सिया जा रहा है। डीसी राजेश कुमार ਉਹਦੇ ਵੱਲੋਂ ਕੀਤਾ ਗਿਆ, ਗਰੀਬ ਜਨਤਾ ਨਾਲ ਧੋਖਾ ਕਰਿਆ ਗਿਆ। ਸੋ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਇਹ ਪੂਰਾ ਮਾਮਲਾ। ਅਧਿਕਾਰੀ ਬੈਠੇ, ਜਾਂਚ ਅਧਿਕਾਰੀ ਪਹੁੰਚੇ ਹੋਏ ਆ, ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪੂਰਾ ਮਾਮਲਾ ਆਖਰ। ਸੋ ਇੱਥੇ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਕਿ ਕੀ ਇਹਨਾਂ ਦੀ ਮੰਗ ਹੈ, ਕਿਸ ਤਰ੍ਹਾਂ ਦਾ ਮਾਮਲਾ, ਕਿਸ ਤਰ੍ਹਾਂ ਦਾ ਜੋ ਘੋਟਾਲਾ ਸਾਹਮਣੇ ਆ ਰਿਹਾ। ਸੋ ਧੰਨਵਾਦ ਜਰੂਰ ਦਾ। हाँ जी, की मामला पूरा जो इत्थे इकट्ठे हुए हो डाकखाने च? ਵੀਰ ਜੀ ਘਪਲਾਬਾਜੀ ਕੀਤੀ। ਇਸ ਕਾਪੀ 'ਚ 2 ਲੱਖ ਰੁਪਈਆ ਸੀ ਜਿਹੜਾ ਇਹਨੇ ਸਾਰਾ ਕੱਢ ਲਿਆ। कौन है? ਰਜੇਸ਼ ਹੈ ਜੀ ਬਣੀ ਦਾ। अधिकारी है इत्थे डाकखाने? ਹਾਂਜੀ ਹਾਂਜੀ, ਇਹ ਕਿਹੜੇ ਪਿੰਡ ਦਾ ਮਾਮਲਾ? ਬਣੀ ਦਾ ਡਾਕੀਆ ਚਕਰਾਈਆਂ। ਹਾਂਜੀ, ਕੀ ਕੁਛ ਮੰਨ ਲਓ, ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਵੀ ਇਹ ਤੁਹਾਡਾ ਘੋਟਾਲਾ ਹੋਇਆ? ਉਹਨੇ ਫੋਨ ਕੀਤਾ ਜੀ, ਆਪ ਤੁਹਾਡੀ ਕਾਪੀ 'ਚ ਪੈਸੇ ਹੈ ਨਹੀਂ ਜੀ, ਕਾਪੀ 'ਚ ਪੈਸੇ ਹੈ ਨਹੀਂ। ਮੈਂ ਕੱਲ ਬਣੀ ਤੋਂ ਜਾ ਕੇ ਕਾਪੀ ਲਿਆ ਆਪ ਸਪੈਸ਼ਲ ਜਾ ਕੇ। ਅਫਸਰ ਨੂੰ ਪੁੱਛਿਆ, ਮੌਕੇ ਤੇ ਬੈਠਾ, ਆਂਦਾ ਕਾਪੀ ਰਜੇਸ਼ ਦੇ ਪਾਸ ਹੈ। ਤੇ ਕਾਪੀ ਉਦਣ ਦੇ ਬੈਗ 'ਚ ਸੀ, ਐਤਵਾਰ ਚੈੱਕ ਕਰਨ ਆਇਆ। ਉਹ ਜਿਹੜੇ ਬਜ਼ੁਰਗਾਂ ਦੇ ਸਰਟੀਫਿਕੇਟ ਤੇ ਸਾਈਨ ਕਰਾਉਣ ਆਇਆ। ਇਹਨੂੰ ਮੈਂ ਕਿਹਾ ਕਾਪੀ ਦੇ ਦੇ, ਮੈਂ ਸਾਰਾ ਦਿਨ ਨਾਲ ਫਿਰਦਾ ਰਿਹਾ ਇਹਨਾਂ ਦੇ, ਨਹੀਂ ਕਾਪੀ ਦਿੱਤੀ ਜੀ। ਉਹ ਆਪ ਕਿੱਥੇ ਰਜੇਸ਼ ਹੁਣ? ਉਹ ਆਂਦੇ ਜੀ ਹਸਪਤਾਲ ਦਾਖਲ ਪਿਆ ਜੀ। ਇਹ ਮੌਕੇ ਤੇ ਸੱਦ ਦਿੱਤੇ ਨੇ, ਇਹਨੇ ਡਾਕਿਆ ਆਪਦਾ ਦੂਸਰਾ ਬਦਲ ਲਿਆ। ਇਹ ਕਿੰਨੇ ਸਮੇਂ ਤੋਂ ਤੁਹਾਡਾ ਜਿਹੜਾ ਖਾਤਾ ਇੱਥੇ ਡਾਕਖਾਨੇ 'ਚ ਸੀਗਾ? ਆਹ ਵੇਖ ਲਓ ਜੀ, ਆ ਕਿੰਨ ਕਦੋਂ ਦੀ ਤਰੀਕ ਦੱਸੀ? 2020 ਤੋਂ। 2020 ਤੋਂ। ਠੀਕ ਹੈ। ਮੇਰਾ ਬੇਟਾ ਚਨਾਈ ਦਾ ਕੰਮ ਕਰਦਾ, ਇੱਕ ਵੀ ਪੈਸਾ ਹੈ ਨਹੀਂ ਜੀ। ਬੜੀ ਮਿਹਨਤ ਨਾਲ ਜਿਹੜੇ ਪੈਸੇ ਜੋੜੇ ਸੀ ਤੁਸੀਂ? ਹਾਂਜੀ। ਤੇ ਉਹ ਜਿਹੜਾ ਡਾਕੀਆ ਖਾ ਗਿਆ, ਮੰਨ ਲਓ 2 ਨੰਬਰ 'ਚ ਕਢਾ ਗਿਆ ਤੁਹਾਡੇ? ਹਾਂਜੀ ਹਾਂਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਸਾਨੂੰ ਤੇ ਸਾਡੇ ਪੈਸੇ ਮਿਲ ਜਾਣ। ਠੀਕ ਹੈ। ਹਾਂਜੀ। ਪੂਰਾ ਮਾਮਲਾ ਅੱਜ ਪਿੰਡ ਚਕਰਾਈਆਂ ਦੇ ਡਾਕਖਾਨੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕਿ ਸਾਡੇ ਸਾਰੇ ਗਾਂਵ ਦੇ ਪੈਸੇ ਲੈ ਕੇ ਨਿਕਲ ਗਿਆ। ਜੇ ਕਾਪੀਆਂ ਚੈੱਕ ਕਰਵਾਈਆਂ, ਸਾਡੋਂ ਇੱਕ ਘਰ ਦੇ ਪੈਸੇ ਜਿੱਥੋਂ ਮਾਮਲਾ ਸ਼ੁਰੂ ਹੋਇਆ, ਇੱਕ ਘਰ ਦੇ ਕਾਪੀ ਦੇ ਵਿੱਚ ਪੈਸੇ ਜਮ੍ਹਾਂ ਨਹੀਂ ਹੋਏ ਸੀਗੇ। ਜਦੋਂ ਨੇ ਇਨਕੁਆਇਰੀ ਕਰਾਈ ਤੇ ਡਾਕਖਾਨੇ ਪੋਸਟ ਆਫਿਸ ਗਏ, ਉੱਥੇ ਪੈਸੇ ਨਿਕਲੇ ਨਹੀਂ। ਉੱਥੋਂ ਫਿਰ ਸਾਰਾ ਮਾਮਲਾ ਚੱਲਿਆ ਜੀ। ਫਿਰ ਉਸ ਤੋਂ ਬਾਅਦ ਜਦੋਂ ਇੱਥੇ ਸਾਨੂੰ ਅਨਾਉਂਸਮੈਂਟ ਕਰਾਈ ਇਹਨਾਂ ਨੇ, ਜਿਹੜੇ ਨਵੇਂ ਅਧਿਕਾਰੀ ਆਏ ਹੁਣ, ਵੀ ਤੁਸੀਂ ਆਪਦੀਆਂ ਕਾਪੀਆਂ ਇੱਥੇ ਦੇ ਕੇ ਜਾਓ, ਚੈਕਿੰਗ ਹੋਣੀ ਆ। ਉਸ ਤੋਂ ਬਾਅਦ ਜੇ ਹੁਣ ਸਾਡੇ ਕੋਲ ਮਹੀਨੇ ਬਾਅਦ ਕਾਪੀਆਂ ਆਈਆਂ, ਕਿਸੇ ਦੀ ਕਾਪੀ ਨਹੀਂ ਮਿਲ ਰਹੀ। ਮੇਰੀਆਂ 2 ਕਾਪੀਆਂ ਬਕਾਇਦਾ, ਇੱਕ ਸੇਵਿੰਗ ਵਾਲੀ ਉਹ 'ਚ 51,000 ਆ, ਇੱਕ ਵੈਸੇ ਜਿਹੜੀ ਮਹੀਨੇ ਬਾਅਦ ਉਹ 'ਚ 24,000 ਰੁਪਇਆ। ਦੋਨੋਂ ਕਾਪੀਆਂ ਨਹੀਂ ਮਿਲ ਰਹੀਆਂ। ਤੇ ਜਿਨ੍ਹਾਂ ਦੀਆਂ ਮਿਲੀਆਂ ਉਹਨਾਂ ਦੇ ਸਾਰੇ ਹੀ ਵਰਕੇ ਪਾੜੇ। ਜੇ ਕਿਸੇ ਦਾ 1 ਨੰਬਰ, 1 ਤੋਂ ਬਾਅਦ 6 ਨੰਬਰ ਆਈ ਜਾਂਦਾ, ਇਹ ਮਿਲ ਭੇਗੀ ਤਾਂ ਇਹਨਾਂ ਦੇ ਅਧਿਕਾਰੀਆਂ ਦੇ ਸਾਰਾ ਰਲ ਕੇ ਕੀਤੀ ਘਪਲਾ ਜੀ। ਨਹੀਂ ਤੇ ਜੇ ਅਧਿਕਾਰੀਆਂ ਨੂੰ ਅਸੀਂ ਹੁਣ ਪੁੱਛਦੇ ਪਏ ਤੁਸੀਂ ਕੀ ਚੈਕਿੰਗ ਕਰੀ ਆ, ਤੇ ਅੱਗੇ ਕਹਿੰਦੇ ਅਸੀਂ ਤਾਂ ਬਸ ਪੈਸੇ ਤੁਹਾਨੂੰ ਪੁੱਛਿਆ ਨੇ ਤੁਹਾਡੇ ਕਿੰਨੇ ਸੀਗੇ ਤੇ ਵਿੱਚ ਹੁਣ ਖਾਤੇ ਕਿੰਨੇ। ਮੈਂ ਕਿਹਾ ਸਾਨੂੰ ਕੀ ਪ੍ਰੂਫ ਆ ਵੀ ਤੁਸੀਂ ਨਾ ਕੋਈ ਸਾਨੂੰ ਰਿਟਨ 'ਚ ਕੋਈ ਦੇ ਰਿਹਾ ਜੀ। ਹੁਣ ਇਹਦਾ ਕੋਈ ਮਸਲਾ ਸਾਨੂੰ ਸਮਝ ਨਹੀਂ ਆ ਰਹੀ, ਕੀ ਹਾਲੇ ਕਰਨਗੇ ਕੀ ਨਹੀਂ ਕਰਨਗੇ। ਸਭ ਗਰੀਬ ਬੰਦਿਆਂ ਦੇ ਪੈਸੇ ਆ ਤੇ ਕਿਸੇ ਦੇ ਨਹੀਂ ਬਖਸ਼ਿਆ। ਭਰ ਕੇ ਫਾਰਮ ਛੱਡ ਦਿੰਦਾ ਸੀ। ਆਵੇ 14,000 ਜਮਾ ਕਰਾਇਆ ਨਾ, ਇਹ ਤੇ ਨਾ ਕੋਈ ਮੋਹਰ ਨਾ ਸਾਈਨ ਹੈ, ਵਿੱਚ ਰੱਖ ਦਿੰਦਾ ਬੋਲ। ਠੀਕ ਹੈ। ਤੇ ਆ ਕਾਪੀਆਂ ਮੇਰੀਆਂ ਪਹਿਲਾਂ ਵਾਲੀਆਂ ਮਿਲ ਨਹੀਂ ਰਹੀਆਂ, ਇਹ 2010 ਦੀਆਂ ਪੁਰਾਣੀਆਂ ਚੱਕ ਕੇ ਦੇਤੀਆਂ ਮੈਨੂੰ ਬੋਲ। ਇਹ ਤਾਂ ਮੈਂ ਬੰਦ ਕਰਾ ਰੱਖੀਆਂ ਸੀ ਕਾਪੀਆਂ, ਤੇ ਇਹਦੀਆਂ ਨੇ 6 ਕਾਪੀਆਂ ਬਣਾ ਰੱਖੀਆਂ, 4 ਹੋਰ ਨਿਕਲਣਗੀਆਂ। डेट ऑफ ओपनिंग है 10/11/2010। ठीक है जी, 2010 डेट ऑफ ओपनिंग है अकाउंट की। ਹੁਣ ਤੁਸੀਂ ਆਪ ਸਮਝਦਾਰ ਹੋ, ਇੱਕ ਬੰਦਾ 2010 ਚ ਅਕਾਊਂਟ ਖੁਲਾਉਂਦਾ ਹੈ ਤੇ ਪਹਿਲੀ ਅਕਾਊਂਟ ਦੀ ਓਪਨਿੰਗ ਡਿਪੋਜ਼ਿਟ ਕਰਾ ਰਿਹਾ 2020 ਚ। ਮੈਨੂੰ ਇਹ ਦੱਸੋ ਵੀ ਇਹੋ ਜਿਹਾ ਕਿਹੜਾ ਬੇਵਕੂਫ ਡਾਕੀ ਹੈ ਤੇ ਕਿਹੜਾ ਇਹੋ ਜਿਹਾ ਬੇਵਕੂਫ ਪਬਲਿਕ ਹੈ 10 ਚ ਅਕਾਊਂਟ ਖੁਲਾ ਕੇ ਤੇ 20 ਚ ਪਹਿਲੀ ਵਾਰੀ 500 ਰੁਪਏ ਜਮ੍ਹਾਂ ਕਰਾਉਣ ਜਾਏਗਾ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਨੇ ਅਧਿਕਾਰੀ ਭੇਜਿਆ ਉਹ ਇੱਕ ਚੈੱਕ ਕਰਨਾ ਹੈ, ਸਿਰਫ ਇੱਕ ਗੱਲ ਚੈੱਕ ਕਰਨਾ ਹੈ ਵੀ ਇਸ ਅਕਾਊਂਟ ਚ ਪੈਸੇ ਕਿੰਨੇ। ਉਹ ਯਾਰ ਉਹ ਤਾਂ ਲਾਸਟ ਅਕਾਊਂਟ ਚ ਪੈਸੇ ਉਹ ਨਹੀਂ ਹੋਣਗੇ ਜਿੰਨੇ ਉਹ ਕੱਢ ਕੇ ਛੱਡ ਗਿਆ। ਜਿਹੜੇ ਡਿਪੋਜ਼ਿਟ ਨਹੀਂ ਕੀਤੇ ਉਹਨੇ, ਜਿਹੜਾ ਉਹਨੇ ਕਪਲਾ ਕਰ ਲਿਆ, ਜਿਹੜੀ ਨਵੀਂ ਕਾਪੀ ਕਿਸੇ ਨੇ ਸੁਕੰਨਿਆਂ ਦੀ ਖੁਲਾਈ ਉਹ ਦਿੱਤੀ ਨਹੀਂ, ਉਹਦਾ ਪ੍ਰੂਫ ਕਿੱਥੇ ਹੈ? ਇੱਕ ਅਨਪੜ੍ਹ ਆਦਮੀ ਪੂਰੀ ਤਰ੍ਹਾਂ ਤੇ ਟਰਸਟ ਕਰਦਾ ਭਾਰਤੀ ਡਾਕ ਦੇ ਅਧਿਕਾਰੀ ਤੇ, ਉਹ ਕਿੱਥੇ ਜਾਏ? ਜਦੋਂ ਅਸੀਂ ਸੈਂਟਰ ਗਵਰਨਮੈਂਟ ਦੀ ਜੌਬ ਵਾਲੇ ਪਰਸਨ ਤੇ ਨਹੀਂ ਕਰ ਸਕਦੇ ਯਕੀਨ, ਤਾਂ ਕਿਹਦੇ ਤੇ ਕਰਾਂਗੇ? ਮੋਦੀ ਸਾਹਿਬ ਵਾਅਦਾ ਕਰ ਰਿਹਾ ਬੜਾ ਵੱਡਾ ਵੀ ਸਾਡੇ ਕੋਲ ਸੁਰੱਖਿਅਤ ਹੈ ਤੁਹਾਡੇ ਪੈਸੇ, ਤੁਸੀਂ ਪੋਸਟ ਆਫਿਸ 'ਚ ਆ ਕੇ ਪੈਸੇ ਜਮ੍ਹਾਂ ਕਰਾਓ, 8.5% ਤੁਹਾਨੂੰ ਵਿਆਜ ਦੇਵਾਂਗੇ, ਬੈਂਕ ਤੋਂ ਵੀ ਜ਼ਿਆਦਾ। ਐਫਡੀਆਂ ਗਾਇਬ ਹੈ ਜੀ ਲੋਕਾਂ ਦੀਆਂ।
ਕੀ ਹੁਣ ਮੋਦੀ ਸਾਹਿਬ ਕਹਿ ਸਕਣਗੇ ਕੋਈ ਆਨਸਰ ਦੇ ਪਾਣਗੇ ਇਸ ਗੱਲ ਦਾ? ਆਣਗੇ ਕਿਸੇ ਗਰੀਬ ਦੇ ਪੈਸੇ ਦੇਣ? 25 ਤੋਂ 30 ਲੱਖ ਰੁਪਏ ਮਜ਼ਦੂਰਾਂ ਮਜ਼ਲੂਮਾਂ ਦੇ ਪੈਸੇ ਜਮਾ ਸੀਗੇ ਜਿਹੜੇ, ਉਹ ਲੈ ਕੇ ਭੱਜ ਗਿਆ ਜੀ ਰਜੇਸ਼। ਜ਼ਿੰਮੇਵਾਰੀ ਕਿਹਦੀ ਹੈ ਜੀ? ਕਿਤੇ ਨਾ ਕਿਤੇ ਤੁਹਾਡਾ ਆਰੋਪ ਹੈ ਵੀ ਜਾਂਚ ਅਧਿਕਾਰੀ ਵੀ ਨਾਲ ਮਿਲੇ ਹੋਏ, ਜਾਂਚ ਅਧਿਕਾਰੀ ਬਿਲਕੁਲ ਹੈ ਜੀ। ਜਾਂਚ ਅਧਿਕਾਰੀ ਨੂੰ ਅਸੀਂ ਸਿਰਫ ਇਹਨਾਂ ਗੱਲ ਕਹੀ ਹੈ ਜੀ ਅੱਜ, ਇਸ ਤੋਂ ਬਾਅਦ ਕੁਝ ਨਹੀਂ, ਵੀ ਤੁਸੀਂ ਇੱਥੋਂ ਉੱਠ ਕੇ ਜਾਓ, ਅਸੀਂ ਇਹਨੂੰ ਤਾਲਾ ਲਾਣਾ, ਅਸੀਂ ਤੁਹਾਨੂੰ ਆਫਿਸ ਨਹੀਂ ਦੇਣਾ, ਖੋਲ ਦਿੰਦੇ। ਤੁਹਾਡਾ ਕੋਈ ਉੱਚ ਅਧਿਕਾਰੀ ਇੱਥੇ ਆਏਗਾ ਤਾਂ ਗੱਲ ਬਣੇਗੀ, ਜਿੰਨੀ ਤਾਂ ਨਹੀਂ ਗੱਲ ਬਣਨੀ। ਆ ਦੇਖੋ ਇੰਨੇ ਲੋਕ ਤੁਸੀਂ ਕਮਾਓ, ਕੈਮਰਾ ਦੇਖੋ ਕਿੰਨੇ ਲੋਕ ਹੈ ਜੀ, ਲੇਡੀਜ਼ ਕਿੰਨੀ ਹੈ, ਆਪਦੇ ਕਰਦਿਆਂ ਤੋਂ, ਆਪਦੇ ਭਰਾਵਾਂ ਤੋਂ, ਆਪਦੇ ਹਸਬੈਂਡ ਤੋਂ, ਆਪਦੇ ਪਿਓ ਤੋਂ ਪੈਸੇ ਚੋਰੀ ਰੱਖ ਕੇ ਜਮਾ ਕਰਾਉਂਦੀ ਹੈ ਜੀ। ਚੱਲ ਔਖੇ ਟਾਈਮ ਕੰਮ ਆਣਗੇ, ਤੇ ਕੰਮ ਕਿਹਦੇ ਔਰ ਦੇ ਆਇਆ? ਉਹ ਬਣੀ ਬੈਠਾ ਜੀ। ਇਹਨਾਂ ਦੇ ਕਿਸੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਤੁਹਾਡੀ? ਹਾਂਜੀ, ਇੱਕ ਸੋਨੂ ਜੀ ਹੈ ਜੀ, ਇੰਸਪੈਕਟਰ ਆਫਿਸਰ, ਉਹ ਮੈਨੂੰ 3 ਦਿਨ ਤੋਂ ਕਹਿ ਰਿਹਾ ਅਸੀਂ ਆਨੇ ਆ ਜੀ, ਅਸੀਂ ਆਨੇ ਆ ਜੀ। ਰਜੇਸ਼ ਦਾ ਬ੍ਰਦਰ ਹੈ ਸਤਵੀਰ, ਉਹਦੇ ਨਾਲ ਮੇਰੀ ਗੱਲ ਹੋ ਰਹੀ ਹੈ ਕੰਟੀਨਿਊਸਲੀ। ਉਹ ਇੱਕ ਡਰਾਈਵਰ ਹੈ, ਗੱਡੀਆਂ ਦਾ ਡਰਾਈਵਰ ਹੈ। ਹੁਣ ਮੈਂ ਤੁਹਾਨੂੰ ਦੱਸ ਦੇਣਾ ਜੀ, ਸਿੰਪਲ ਜੀ ਗੱਲ ਹੈ ਬੜੀ। ਜਦੋਂ ਆਇਆ ਸੀ ਉਹਦੇ ਕੋਲੇ ਗੱਡੀ ਸੇ 4 ਹੈ, ਭਾਵੇਂ ਉਹਨੇ ਆਪਦੀ ਮਿਹਨਤ ਦੀ ਕਮਾਈ ਹੋਏ। ਇਸ ਗੱਲ ਦੀ ਕੀ ਗਾਰੰਟੀ ਹੈ ਕਿ ਸਾਡੇ ਪਿੰਡ ਦੇ ਪੈਸੇ ਨਹੀਂ ਗਏ? ਮੈਨੂੰ ਜਵਾਬ ਦੇਣਾ ਜੀ। ਮੈਂ ਸਾਰੇ ਪਿੰਡ ਵੱਲੋਂ ਸਵਾਲ ਪੁੱਛ ਰਿਹਾ ਜੀ। ਦੂਜੀ ਗੱਲ, ਮੈਂ ਤੁਹਾਨੂੰ ਡਾਇਰੀ ਦਿਖਾਣਾ, ਕਾਪੀ ਐਵੇਂ ਦੀ ਇੱਕ ਨਹੀਂ, ਕਈ ਹੋਰ ਕਾਪੀਆਂ ਪ੍ਰੂਫ ਹੈ। ਤੁਸੀਂ ਕੈਮਰਾ ਦੇਖੋ, ਆ 9 ਨੰਬਰ, ਆ ਪੇਜ 9 ਨੰਬਰ ਹੈ ਜੀ। 9 ਤੋਂ ਬਾਅਦ ਗਿਣਤੀ ਚ ਕੀ ਆਉਂਦਾ ਬੋਲੋ ਵੀ ਸਾਰੇ ਪਿੰਡ ਵਾਲੇ? 10 ਤੇ ਆ ਗਿਆ 13। ਬਾਕੀ ਆ ਕਿਹੜੀ ਗਿਣਤੀ ਹੈ ਜੀ? ਭਾਰਤੀ ਡਾਕ ਵਿਭਾਗ ਦੀ ਆ ਕਿਹੜੀ ਗਿਣਤੀ ਹੈ? 2 ਤੋਂ ਬਾਅਦ ਸਿੱਧਾ 8 6। ਇਹ ਕਾਪੀਆਂ ਕੀ ਹੋਇਆ? ਕਾਪੀਆਂ ਦਾ ਮੈਂ ਤੁਹਾਨੂੰ ਰੌਲਾ ਦੱਸਦਾ ਕੀ ਕਾਪੀਆਂ ਦਾ ਰੌਲਾ ਸੀ। ਜਦੋਂ ਸਾਡੀ ਪਹਿਲੀ ਕਾਪੀ ਦਾ ਰੌਲਾ ਪਿਆ ਪਿੰਡ 'ਚ, ਉਹ ਕਾਪੀ ਤੋਂ ਰੌਲਾ ਪੈਣ ਤੋਂ ਉੱਤੋਂ ਚੈਕਿੰਗ ਆ ਗਈ। ਚੈਕਿੰਗ ਨੇ ਕੀ ਕੀਤਾ ਵੀ ਸਾਰੇ ਪਿੰਡ ਦੀਆਂ ਕਾਪੀਆਂ ਮੰਗਾ ਲੀਆਂ। ਕਹਿੰਦੇ ਵੀ ਸਾਡੇ ਕੋਲ 800 ਕਾਪੀਆਂ ਹੈ ਜੀ। ਠੀਕ ਹੈ ਜੀ, 800 ਕਾਪੀਆਂ ਤੋਂ ਬਾਅਦ 'ਚ ਅਸੀਂ ਇਹਨਾਂ ਨੂੰ ਪੁੱਛਣਾ ਸਾਡੀ ਕਾਪੀ ਚੈੱਕ ਹੋ ਗਈ? ਅਗੇ ਦਾਂਗੇ ਜੀ ਦਾਂਗੇ। ਹੁਣ ਸਾਡੀਆਂ ਕਾਪੀਆਂ ਜਿਹੜੀਆਂ ਓਰੀਜਨਲ ਸੀ ਉਹ ਤੇ ਇਹਨਾਂ ਨੇ ਰਲ ਮਿਲ ਕੇ ਸਾਡੀਆਂ ਸੱਟਤੀਆਂ ਜੀ, ਭਾਵੇਂ ਕੋਈ ਕਿਤੇ ਗਵਾਤੀਆਂ। ਸਾਨੂੰ ਆ ਜਾਲੀ ਕਾਪੀਆਂ ਤਿਆਰ ਕਰ ਦੇਤੀਆਂ। ਹੁਣ ਇਹਨਾਂ ਨੂੰ ਪੁੱਛ ਰਹੇ ਸਾਡੀ ਓਰੀਜਨਲ ਕਾਪੀਆਂ ਕਿੱਥੇ ਹੈ ਜੀ? ਇਹਨਾਂ ਦਾ ਕਹਿਣਾ ਵੀ ਰਜੇਸ਼ ਲੈ ਗਿਆ। ਚੈਕਿੰਗ ਤੁਸੀਂ ਕਰਨਾ ਹੈ, ਚੈੱਕ ਤੁਹਾਡੇ ਕੋਲ ਹੋਣੀਆਂ, ਰਜੇਸ਼ ਕਿਵੇਂ ਲੈ ਗਿਆ ਜੀ? ਕੀ ਲੱਗਦਾ ਜਿਹੜਾ ਤੁਹਾਡੇ ਨਾਂ ਤੇ ਨੇ ਪੈਸਾ ਰਜੇਸ਼ ਨੇ ਕਢਾਇਆ, ਉਹਦੀ ਐਂਟਰੀ ਵੀ ਕਿਤੇ ਨਾ ਕਿਤੇ ਵਾਊਚਰ ਵੀ ਭਰੇ ਹੋਣਗੇ? ਸਾਰਾ ਕੁਝ ਭਰਿਆ, ਸਰਪੰਚ ਸਾਹਿਬ ਦੇ ਖਾਤੇ ਤੇ ਲਾਇਆ। ਤਿਆਰਾ ਮੇਰੇ ਖਾਤੇ ਚੋਂ ਨੇ 20000 ਰੁਪਏ ਕਰਾਇਆ। ਸਾਈਨ ਚੈੱਕ ਕਰਾ ਦੇ ਸਾਨੂੰ ਜੀ, ਸਾਨੂੰ ਚੈੱਕ ਕਰਾ ਦੇ। ਹੁਣ ਤੁਸੀਂ ਆ ਪੈਨ ਦੇਖੋ, ਸਿੰਪਲ ਜਿਹਾ ਲੌਜੀਕ ਹੈ। ਕਿੰਨੇ ਮਹੀਨਿਆਂ ਤੱਕ ਇੱਕੋ ਪੈਨ ਜੀ, ਇਹ ਇੱਕੋ ਦਿਨ ਚ ਭਰੇ ਹੋਏ ਆ ਜੀ। ਬਿਲਕੁਲ। ਜਿਹੜੀ ਓਰੀਜਨਲ ਕਾਪੀਆਂ ਲੈ ਗਿਆ ਜੀ, ਯਾਰ ਕੋਈ ਤਾਂ ਹੁੰਦਾ ਹੈ, ਕੋਈ ਸੀਕੁਐਂਸ ਚੈੱਕ ਕਰ ਸਕਦੇ ਹੋ ਤੁਸੀਂ। ਅਸੀਂ ਮੈਂ ਬਿਲਕੁਲ ਕਹਿੰਦਾ ਮੀਡੀਆ ਦੇ ਸਾਹਮਣੇ ਸਾਰਾ ਪਿੰਡ ਝੂਠਾ ਹੈ ਜੀ, ਕਿਵੇਂ ਪੋਸੀਬਲ ਹੈ? ਬਿਲਕੁਲ। ਵੀ ਇੱਕ ਬੰਦਾ ਹੀ ਸੱਚਾ ਹੋ ਗਿਆ, ਰੱਬ ਨਹੀਂ ਗਾ ਜੀ ਉਹ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ ਤੋਂ ਕੀ ਮੰਗ? ਅਸੀਂ ਤਾਂ ਸਿਰਫ ਇੱਕੋ ਮੰਗ ਕਰਦੇ ਹਾਂ ਜੀ, ਵੀ ਜਿਹੜਾ ਗਰੀਬ ਕਿਸੇ ਦਾ ਮਿਹਨਤ ਦਾ ਪੈਸਾ ਹੀ ਉਹ ਲੁਟਾਇਆ ਜਾਏ। ਪ੍ਰਸ਼ਾਸਨ ਇੱਕ ਗੱਲ ਹੋਰ ਕਹੇਗਾ ਜੀ, ਸਾਫ਼ ਮੈਂ ਕਹਿੰਦਾ ਅੱਜ ਤੁਹਾਡੇ ਮੀਡੀਆ ਦੇ ਥਰੂ, ਪ੍ਰਸ਼ਾਸਨ ਸਾਫ਼ ਕਹੇਗਾ ਜਿਹਦੇ ਕੋਲ ਕਾਪੀ ਨਹੀਂ ਹੈਗੀ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ। ਤੇ ਇਹਦੀ ਜ਼ਿੰਮੇਵਾਰੀ ਕੌਣ ਲਏਗਾ? ਸਾਨੂੰ ਪ੍ਰਸ਼ਾਸਨ ਇਹ ਵੀ ਦੱਸੇ ਨਾ, ਵੀ ਪ੍ਰਸ਼ਾਸਨ ਸਾਨੂੰ ਇਹ ਵੀ ਦੱਸੇ ਵੀ ਇਹਦੀ ਜ਼ਿੰਮੇਵਾਰੀ ਕੌਣ ਲਏਗਾ। ਰਜੇਸ਼ ਇਹਨਾਂ ਦਾ ਡਾਕੀਆ ਸਾਡੇ ਘਰਾਂ ਚ ਆ ਕੇ ਸਾਡਾ ਭਰਾ, ਸਾਡਾ ਪੁੱਤਰ, ਸਾਡਾ ਜਾਣਕਾਰ ਬਣ ਕੇ ਸਾਡੀ ਠੱਗੀ ਮਾਰ ਕੇ ਚਲਾ ਗਿਆ। ਇਹਦੀ ਜ਼ਿੰਮੇਵਾਰੀ ਕੌਣ ਲਏਗਾ? ये जवाब कौन देगा? सर कापियां तो वो चेकिंग इन अफसरों के पास आई है चेकिंग करने के लिए। रजेश लेके आया, ये अधिकारी बैठे हैं चेक करने वाले। अब ये बोल रहे हैं हमारे पास कापी नहीं आई, घर से लेके आया। जब हम पूछते हैं हमारी कापी, हम चेक कर रहे हैं, अब बोल रहे हैं हमारे पास कापी नहीं आई। हमारी जो ओरिजिनल कापी थी वो घुमाई दी रली मिली। ਉਹਨੂੰ ਹੋ ਚੱਲੇ ਜੀ ਘੱਟੋ ਘੱਟ 20-15-20 ਦਿਨ ਹੋ ਗਏ। ਲਾਸਟ ਸੰਡੇ ਆਇਆ ਸੀ ਰਾਜੇਸ਼ ਇੱਥੇ, ਠੀਕ ਹੈ, ਤੇ ਉਸ ਤੋਂ ਬਾਅਦ ਨਹੀਂ ਆਇਆ। ਲਾਸਟ ਸੰਡੇ ਵੀ ਇਹਨੇ ਐਂ ਕੀਤਾ ਜੀ, ਠੀਕ ਹੈ। ਦੂਜੀ ਗੱਲ, ਜਦੋਂ ਇੱਕ ਵਿਭਾਗ ਵਾਲੇ ਪਰਸਨ ਨੇ ਅਨਾਉਂਸਮੈਂਟ ਕਰਾਤੀ, ਮੇਰਾ ਸਵਾਲ ਇੱਕ ਹੋਰ ਹੈ ਪ੍ਰਸ਼ਾਸਨ ਨੂੰ, ਜਦੋਂ ਅਨਾਉਂਸਮੈਂਟ ਹੋ ਗਈ ਗੁਰਦੁਆਰੇ ਤੋਂ, ਤਾਂ ਕਿਹੜਾ ਇਹੋ ਜਿਹਾ ਬੰਦਾ ਹੈ ਜਿਹੜਾ ਉਹਨੂੰ ਕਾਪੀ ਨਹੀਂ ਦੇਗਾ? ਮੇਰਾ ਇੱਕ ਸਵਾਲ ਹੈ ਜੀ ਪ੍ਰਸ਼ਾਸਨ ਨੂੰ। ਕਾਪੀ ਮੈਂ ਵੀ ਕਹਿ ਰਿਹਾ ਮਾਤਾ, ਕਾਪੀ ਹੁਣ ਅਨਾਉਂਸਮੈਂਟ ਹੋਈ ਹੈ, ਕੋਈ ਬੰਦਾ ਚੈਕਿੰਗ ਵਾਸਤੇ ਕਾਪੀ ਦੇਣਾ ਤਾਂ ਅਸੀਂ ਕਾਪੀ ਨਾ ਦਈਏ, ਫਿਰ ਅਸੀਂ ਮਾੜੇ ਵਜਦੇ? ਅਸੀਂ ਕਾਪੀ ਦਿੱਤੀ, ਸਾਡੀ ਕਾਪੀ ਕਿੱਥੇ ਹੈ? ਹੁਣ ਇਸ ਗੱਲ ਤੇ ਕੌਣ ਮਾੜਾ ਹੈ? ਇਹ ਪ੍ਰਸ਼ਾਸਨ ਸਾਨੂੰ ਜਵਾਬ ਦੇ ਦੇ ਆ ਕੇ। ਅਸੀਂ ਇਹਨੂੰ ਤਾਲਾ ਕਿਉਂ ਨਾ ਲਾਈਏ? ਸਾਨੂੰ ਪ੍ਰਸ਼ਾਸਨ ਇੱਕ ਗੱਲ ਦਾ ਜਵਾਬ ਦੇ। ਜਦੋਂ ਸਾਡੇ ਇੱਥੇ ਕੰਮ ਵੀ ਨਹੀਂ ਹੋਇਆ, ਸਾਡੇ ਇੱਥੇ ਠੱਗੀ ਵੱਜ ਗਈ, ਠੱਗੀ ਤੋਂ ਬਾਅਦ ਚੈਕਿੰਗ ਵਾਲੇ ਵੀ ਫੁਰ ਕਰੀ ਜਾਂਦੇ ਕੰਮ, ਤਾਂ ਅਸੀਂ ਕਿਵੇਂ ਕਰੀਏ? ਤੁਸੀਂ ਪ੍ਰਸ਼ਾਸਨ ਵਾਲਿਆਂ ਨੂੰ ਸਵਾਲ ਪੁੱਛੋ ਨਾ ਜੀ। ਜਾਂਚ ਅਧਿਕਾਰੀ ਕਿੰਨਾ ਹੈ? ਜਾਂਚ ਅਧਿਕਾਰੀ ਸਿਰਫ ਇੱਕ ਹੀ ਆ ਰਿਹਾ ਜੀ, ਮਿਸਟਰ ਰਾਮਕਿਸ਼ਨ ਸ਼ਰਮਾ ਦੀ ਡਿਊਟੀ ਲੱਗੀ ਹੋਈ ਜੀ, ਉਹ ਆ ਰਹੇ ਆ, ਪਰ ਜਾਂਚ ਦੇ ਨਾਮ ਤੇ ਉਹ ਕੁਝ ਨਹੀਂ ਕਰ ਰਹੇ। ਸਿਰਫ ਇੱਕ ਚੈੱਕ ਕਰ ਰਹੇ ਆ, ਇੱਕ ਚੀਜ਼ ਕਿ ਪੈਸੇ ਕਿੰਨੇ ਆ। ਸਰ ਪੈਸੇ ਕਿੰਨੇ ਉਹ ਤਾਂ ਕੱਢ ਕੇ ਲੈ ਗਿਆ, ਪੈਸੇ ਕਿੰਨੇ ਜਿੰਨੇ ਬਚੇ ਹੋਏ ਸਾਨੂੰ ਪਤਾ ਹੀ ਹੈ। ਉਹ ਕਿੱਥੇ ਲੈ ਗਿਆ, ਕਿਉਂ ਲੈ ਗਿਆ, ਇਹ ਪਤਾ ਕਰੋ ਨਾ, ਇਹਦੀ ਜਾਂਚ ਕਰੋ। ਜਿਹੜੇ ਪੇਜ ਜੋੜਤੇ ਇੱਕ ਤੋਂ ਬਾਅਦ 6 ਤੇ ਸਾਹਿਲ ਦੀ ਕਾਪੀ ਕਿੱਥੇ ਹੈ? ਕਾਪੀ ਤੇ ਵੀ ਹੈ, ਇਹਦਾ ਦੋ ਇੱਕ ਸਾਰੇ ਇੱਕ ਤੋਂ ਬਾਅਦ 6 ਸਰ ਆ ਤੁੱਪੇ ਕਰਦੇ ਆ ਨਾ, ਕਾਪੀ ਤੁੱਪੇ ਇਹ ਚ ਐਂਟਰੀ ਦਿਖਦੀ ਹੈ। ਇੱਕ ਆ ਰਿਹਾ ਆ ਇੱਕ ਤੋਂ ਬਾਅਦ 5,
ਆ ਕਿਹੜੀ ਗਿਣਤੀ ਹੈ ਜੀ? ਕਿਹੜਾ ਭਾਰਤੀ ਡਾਕ ਵਿਭਾਗ ਸਿਖਾ ਰਿਹਾ ਹੈ? ਦੱਸੋ ਮੈਨੂੰ ਗਿਣਤੀ। ਪਿੱਛੇ ਵਰਕੇ ਉਹੀ ਵਿਕੀ ਜਾਂਦੇ ਤਾਂ ਠੀਕ ਹੈ ਜੀ, ਇੱਕ ਤੋਂ ਬਾਅਦ ਆ ਫਿਰ 7। ਇਹਦੀ ਸ਼ਰਮਾ ਜੀ ਕੋਈ ਐਂਟਰੀ ਨਹੀਂ ਕਰਦੇ ਇਹਦੀ ਕੁਛ ਨਹੀਂ। 8 ਤੋਂ ਸਿੱਧਾ 11 ਸਾਨੂੰ ਕਹਿ ਰਿਹਾ ਵੀ ਤੁਸੀਂ ਆ ਕੇ ਦੱਸੋਗੇ। ਅਸੀਂ ਤਾਂ ਦੱਸ ਰਹੇ ਹਾਂ, ਅਸੀਂ ਦੱਸ ਰਹੇ ਅਸੀਂ ਮਾੜੇ ਹਾਂ। ਮਾਮਲਾ ਮਸਲਾ ਜੀ ਸਾਡੀ 4 ਕਾਪੀਆਂ ਸੀ। 4 ਕਾਪੀਆਂ ਚੋਂ ਇੱਕ ਬੱਚੀ ਦਾ ਹੈਗਾ ਸੀ, ਛੋਟੀ ਬੱਚੀ ਦਾ। ਉਹਦੇ ਵਿੱਚ ਅਸੀਂ 14 ਕਿਸ਼ਤਾਂ 15 ਭਰੀਆਂ ਨੇ 2-2000 ਦੀਆਂ, ਵਿੱਚ 4000 ਆਇਆ, ਬਾਕੀ ਕੋਈ ਨਹੀਂ ਆਇਆ। ਲਾਇਆ ਹੀ ਹੋਇਆ ਵੀ ਜਿਵੇਂ ਹੁਣ 1000 ਦਾ ਆਪਾਂ ਮਹੀਨਾ ਭਰਦੇ ਆ, 1000 ਰੁਪਈਆ, ਕੋਈ 500 ਭਰਦਾ, ਉਹ ਕਿਤੇ ਤਾਂ 1500 ਭਰਿਆ ਹੋਇਆ, ਕਿਤੇ 1000, ਕਿਤੇ 1500 ਦਿੱਤਾ, ਉਹ 1000 ਹੀ ਭਰਿਆ, 500 ਭਰਿਆ ਨਹੀਂ। ਮੈਂ ਕਿਸ਼ਤ ਕਰਾਉਣ ਦੀ ਸੀਗੀ, ਕਿਸ਼ਤ ਮੇਰੇ ਲੈ ਲੈਂਦਾ ਸੀ ਤੇ ਹੋਰ ਵੀ ਲਾਉਂਦਾ ਸੀ ਮਾੜੀ ਮੋਟੀ। ਉਹ ਵਿੱਚ ਆਪਦੀ ਮੈਨੂੰ ਉੱਤੇ ਰਜਿਸਟਰ ਤੇ ਚੜਾਉਂਦਾ ਨਹੀਂ ਸੀ, ਹੁਣ ਐਂਟਰੀ ਸਾਨੂੰ ਕਾਪੀ ਨਹੀਂ ਲੱਭਦੀਆਂ। ਦੋਵੇਂ ਕਾਪੀਆਂ 51000 ਵਾ ਤੇ ਇੱਕ ਚ 24000 ਆ। ਹੁੰਦੀ ਉੱਪਰੋਂ ਅਧਿਕਾਰੀਆਂ ਦੀ 3 ਮੰਥ ਬਾਅਦ ਉਹ ਕੀ ਚੈੱਕ ਕਰ ਗਏ ਜੀ? ਇੰਨੇ ਸਾਲਾਂ ਚ ਕਦੇ ਚੈਕਿੰਗ ਨਹੀਂ ਹੋਈ ਜੀ, ਕਦੇ ਕੁਛ ਨਹੀਂ ਹੋਇਆ। ਮੰਨ ਲਓ ਵੀ ਆ ਕਪੜਾ ਹੁਣ ਸਾਡਾ ਪੁਰਾਣਾ 2-2 ਸਾਲਾਂ ਦਾ ਚੱਲੀ ਜਾਂਦਾ। ਡਾਕੀਆ ਕੀ ਕਰਦਾ ਸੀ, ਹਰੇਕ ਖਾਤੇ ਦੀ ਡੁਪਲੀਕੇਟ ਕਾਪੀ ਬਣਾ ਰੱਖੀ ਸੀ। ਆ ਸਾਰੇ ਅਨਪੜ੍ਹ ਹੈ ਜੀ ਵਿਚਾਰੇ, ਇਹਨਾਂ ਨੂੰ ਤਾਂ ਜਦੋਂ ਮੋਹਰ ਲੱਗ ਗਈ ਇਹਨਾਂ ਦੇ ਭਾਅ ਦੇ ਜਮਾ ਹੋ ਗਏ। ਹੁਣ ਉਹ ਕੀ ਕਰਦਾ ਸੀ, ਨਕਲੀ ਕਾਪੀ ਤੇ ਠੱਪਾ ਲਾ ਕੇ ਇਹਨਾਂ ਨੂੰ ਵਿਖਾ ਕੇ ਜਮਾ ਕਰਤੇ ਪੈਸੇ ਜੀ। ਠੀਕ ਹੈ, ਹੁਣ ਜਦੋਂ ਇਹਨਾਂ ਨੂੰ ਤਾਂ ਹੋ ਗਿਆ ਵੀ ਸਾਡੇ ਜਮਾ ਹੋ ਗਏ, ਜਿੱਦਣ ਇਹ ਬਾਊ ਜੀ ਆਏ ਨੇ ਵੀ ਚੈਕਿੰਗ ਕਰਨ ਵਾਸਤੇ, ਉਦਣ ਕਾਪੀਆਂ ਲੈ ਆ, ਉਹ ਕਾਪੀਆਂ ਖਾ ਗਏ। ਹੁਣ ਇਹਨਾਂ ਦੇ ਅੱਧਿਆਂ ਦੇ ਤੇ ਸਾਡੇ ਅਜੇ ਤੱਕ ਖਾਤੇ ਨਹੀਂ ਖੁੱਲੇ ਜੀ। ਜਾਲੀ ਕੰਮ ਹੀ ਚਲਾ ਗਿਆ ਸਾਰੇ ਪਿੰਡ ਤੇ। ਆ ਮਾਤਾ ਦੇ ਦੋ ਖਾਤੇ ਸੀ, ਦੋਵਾਂ ਚ ਇੱਕ ਖਾਤਾ ਵੀ ਨਹੀਂ ਖੁੱਲਿਆ, ਕੋਈ ਓਪਨ ਹੀ। ਸਾਡੇ ਸਰਪੰਚ ਸਾਹਿਬ ਦਾ ਨਹੀਂ ਖੁੱਲਿਆ ਜੀ। ਮੇਰੀ ਗੁੜੀਆ ਦੀ ਸੁਕੰਨਿਆ ਵਾਲੀ ਕਾਪੀ ਸੀ, ਮੈਂ 50000 ਰੁਪਇਆ ਜਮ੍ਹਾਂ ਕਰਾਇਆ ਸੀ ਆ ਮਾਰਚ ਦੇ ਵਿੱਚ, ਤੇ ਕਾਪੀ ਦੇ ਵਿਰਕੇ ਫੜ ਕੇ ਹੀ ਲੈ ਗਿਆ। 16000 ਰੁਪਇਆ ਕੁਛ ਜਮ੍ਹਾਂ ਕੀਤੇ ਹੋਏ ਆ, ਬਾਕੀ ਕੋਈ ਪੈਸਾ ਕੋਈ ਬਾਕੀ ਪੈਸੇ ਆਪ ਹਾਂਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਵੀਰੇ ਕਾਪੀ ਪੂਰੀ ਕਰਵਾਉਣਾ ਚਾਹੁੰਦੇ ਆ, ਪੈਸੇ ਆਪਦੇ ਚਾਹੁੰਦੇ ਆ ਜੀ 20000 ਮੇਰਾ 3 ਸਾਲ ਹੋ ਗਏ, 5 ਸਾਲ ਕਰਾਏ ਸੀ ਜੀ। ਮਿਹਨਤ ਕਰਕੇ ਨਰਮਾ ਚੁਗ ਝੋਨਾ ਲਾ ਵੀ 5 ਸਾਲ ਕਰਾ ਦੇ, ਕੁਝ ਬਣ ਜਾਵੇਗਾ ਨਾਲ। ਉਸ ਤੋਂ ਇਲਾਵਾ 3 ਮਹੀਨੇ 1 ਦਿਨ ਨਾ ਜਾਓਗੇ, ਲੱਖ ਰੁਪਏ ਕਰਾਤ ਗਈਆਂ। ਵੀ ਗੁੜੀਆ ਤਾਂ ਸਗਨ ਸਕੀਮ ਆਈ ਸੀ, ਉਹਨੇ ਕਹਿੰਦੀ ਮੇਰਾ ਕੋਠਾ ਟੁੱਟ ਗਿਆ, ਸਮਾਨ ਨੂੰ 2 ਮਹੀਨੇ ਦੇ ਦੇ ਡਾਕੀਆਂ ਨੂੰ, ਤੇ ਉਸ ਤੋਂ ਇਲਾਵਾ ਮੈਨੂੰ ਦਾਜ ਦੇ ਦੇਵੀਂ। ਮੈਂ ਇਹਨੂੰ ਕਿਹਾ ਵੀ 2 ਮਹੀਨੇ ਸਿਰਫ ਰੱਖ ਲੈਂਦਾ ਇੰਟੀ, ਵੀ ਜਦੋਂ 10 ਦੇ ਪੈ ਹੁੰਦੇ 2 ਮਹੀਨੇ ਮੈਨੂੰ ਪਹਿਲਾਂ ਹੀ ਕਹਿ ਦੇਵੀਂ। ਅੱਜ ਮੈਨੂੰ ਹਫਤਾ ਹੋ ਗਿਆ ਫੋਨ ਕੀਤੇ ਨੂੰ, ਅੰਦਰ ਤੇਰੇ ਘਰੇ ਆਵਾਂਗਾ, ਪੈਸੇ ਦੇ ਕੇ ਜਾਵਾਂਗਾ। ਅੱਜ ਹਫਤਾ ਹੋ ਗਿਆ। ਕੀ ਮਾਨੇ ਉਹਨਾਂ ਨੂੰ ਇਹ ਵੀ ਨਹੀਂ ਲੱਗਿਆ ਕਿ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਸ਼ਾਦੀ ਵਾਸਤੇ ਪੈਸਾ ਇਕੱਠਾ ਕਰਿਆ? ਨਾ ਮੇਰਾ ਬੇਟਾ ਨਾ ਮੇਰਾ ਘਰ ਵਾਲਾ, 2 ਬੇਟੀਆਂ ਹੈਗੀਆਂ ਨਾ, ਸਿਰਫ 2 ਬੇਟੀਆਂ, ਕੁਛ ਵੀ ਨਹੀਂ ਹੈਗਾ ਮੇਰਾ ਕਰਨ ਕਮਾਉਣ ਵਾਲਾ। ਦਾਦਾ ਲਾ ਚੱਲਾ ਖੜਾ 18000 ਰੁਪਇਆ ਸੀਗਾ ਮੇਰਾ ਕਾਪੀਆਂ ਤੇ। ਹਾਂ, ਤੇ ਬਾਕੀ ਪੰਜ ਕੁੜੀ ਨੇ ਵੇਖਿਆ 3-3000 ਹੀ, ਦਿਖਾ ਰਹੇ ਆ ਹੁਣ ਕਿੰਨੇ ਪੈਸੇ? 3-3000 ਹੀ ਦਿਖਾ ਰਹੀ बस। रामकिशन शर्मा, हाँ, किस पोस्ट पे आप? मैं मेयर ऑफिसर की। जी हाँ सर, आप इंक्वायरी के लिए आए हैं, जांच के लिए आए हैं, क्या कुछ मामला है जो लोग गांव का पूरा गांव प्रदर्शन कर रहे हैं? ऐसा है कि कापियां हमने तय की है, उन कापियों का हमारा काम है खाता नंबर और उसका जो बैलेंस क्या है, और मोबाइल में हम डिवाइस में देख के उसका करते हैं। उसके बाद में वो उसका सही हुआ है तो हमने उसको टिक कर दिया भी ये सही है कापी। अब गांव वालों को हमने कापी परसों शुरू हो रही है देनी, तो उन्होंने क्या बोला अभी हमारी कापियों में एंट्री नहीं है, तो वो एंट्रियां नहीं है तो हमने चेक कर दिया ना, जब तक है वो है। अब कापी उनके पास कौन सी है तभी पता चला है भी इन कापियों में एंट्री नहीं है, तो हमने यही बोला भी आप इसमें, हमने लिखवाया भी है उनसे भी आपके खाते के अंदर इतने रुपए सबका लिखाया है हमने, हमारे पास है। पहले यहाँ तो लिखाया था रफ में, और सिरसा हमने 2 दिन पहले इनसे लिखवाया भी इन कापियों में इतने रुपए, हमने वो नोट कर लिया। अब ये इनका ये कहना है कईयों को कापी नहीं मिली है, अब ये मेरे पे लगा रहे हैं कि वो कापियां यहाँ चेक के लिए आ गई, दे ही नहीं है, तो मेरे पास यहाँ आ गई कुछ कापियों के अंदर है। अब आज ही देखे मैंने, उनके अंदर पेज भी कम है और साथ में पेज भी अलग अलग है। परसों भी देखे थे मैंने, तो कापी पहले वाले पेज है वो पुराने हैं और नए वाले में पेज अलग है। इससे प्रतीत ये होता है भी उन कापियों में पेज अलग कापी के लगाए हुए हैं। कहीं ना कहीं गड़बड़ी हुई है। गड़बड़ी है मैं मानता हूँ, लेकिन ये कह रहे हैं ना रिपोर्ट दो, तो ये रिपोर्ट मैं ऐसे हिसाब को सभी कापियां चेक होने के बाद में दूंगा। अब ये कह रहे हैं ना यहाँ से बाहर निकल जाओ, तो मैं ऐसे नहीं निकलता। मेरे को कोई आंख दिखाता है तो मैं ऐसा भी हूँ भी आंख मत दिखाओ, लिखित में काम करो आप। चाहे 1 मिनट सरपंच साहब है ना, चाहे कोई भी हो, आप लिखित में करो। मेरे पे आप ये कह रहे हैं कि आप बाहर आओ, बाहर निकल जाऊंगा, आप मेरे को लिखित में दो भी बाहर निकल जाऊंगा मैं, मेरे पास कुछ होना चाहिए। मैं इनको ये लिखे दूंगा भी मैं मेरी कर रहा हूँ चेकिंग। अगर इनके कापियों में मैं मानता हूँ, अब मैं आज देखा है इन्होंने दिखाया है भी कापियों में पेज अलग है,
मैंने देखा है, अभी पेज अलग है, पुरानी है, परसों भी देखा था, लेकिन अब मैं आज इसीलिए आया था अभी इनके सभी के बयान ले, किस किस के कितने कितने रुपए है, वो रिपोर्ट लेके मैं हमारे इंस्पेक्टर साहब को दूंगा। फिर अगर वो यहाँ नहीं आता है, मैं उस बीपीएम को यहाँ नहीं बुला सकता। कारण क्या है कि अगर मान लिया उसके साथ यहाँ कोई हादसा हो जाता है, उसका जिम्मेवार मैं नहीं बनना चाहता। हमारा महकमा FIR दर्ज कराएगा, पुलिस उसको ले आएगी, न कि मैं लेकर आऊंगा। रूल के हिसाब से नियम होगा, रूल के हिसाब से काम होगा। अब जिन कापियों में फर्क है, जिन्होंने जमा नहीं कर, इन्होंने दे दिए, लेकिन उनके कापियों में जमा नहीं है, तो वो पैसे ये बताएंगे हमें। कुछ लोगों ने बताया भी है जिनकी संख्या 17-18 है, लेकिन कईयों को अब कापी दे रहे हैं तब पता चल रहा है भी इन कापियों में नहीं है। अब वो हमें लिख के देंगे, बयान देंगे, उसकी रिपोर्ट हम आगे दूंगा मैं। शर्मा कितने खाते हैं जो इस गांव का टोटल? लगभग इस गांव के टोटल है जी मेरे पास शायद 700-800 के करीब खाते हैं। सभी खाते इकट्ठे करना है, डेथ वाले भी हम चेक कर रहे हैं, और डेथ वाली सर्टिफिकेट घर घर जाके लिया रहे हैं हम, और डेथ वाली कहीं मिल नहीं रही, तो उनके हम साइन करा रहे हैं। हमारे पास आंगनवाड़ी से हम लेते हैं भी इनकी डेथ कब हुई है। अब हम ये भी देख रहे हैं उसकी डेथ के बाद में पेंशन ना निकली हो। कब से आप इस मामले की जांच में जुटे? मैं यहाँ लगा था जांचने को 13 तारीख या 14 तारीख की बात है, 14 तारीख, हाँ लगातार तब आया था। और उसके बाद में क्या है कि और भी काम हो जाते हैं, वहाँ भी जाना पड़ता है, और जो हम आते हैं ना उसका यहाँ लिखित में लिखते हैं। अब ये कहते हैं ना संडे को, क्यों हम जाते हैं ना सुबह, लोग मिलते नहीं है, घर में चले जाते हैं, 8 बजे आना। मैं लगातार इसलिए भी कापियाँ इकट्ठी हो जाए, डेथ सर्टिफिकेट इकट्ठा हो जाए, सारा रिकॉर्ड इकट्ठा होने के बाद में जहाँ कमी होगी ना, इनको पता नहीं होगा, लेकिन मैं सारी रिपोर्ट हमारे इंस्पेक्टर को दूंगा, लिखित में दूंगा। वो इन लोगों का एक आरोप है कि हर 3 महीने बाद जो जांच होती है, क्या आज तक जांच में अधिकारी समझ नहीं पाए? देखो मेरे पास तो मेरी पहली विजिट थी, ये पहली विजिट मेरी थी 10 तारीख को, और मैं विजिट के बाद में 2 दिन बाद में शायद यहाँ से कोई गया, उस कापी का पता चला। जो कापियाँ हम चेक करते हैं ना, मैंने चेक किए, उसके अंदर कोई नहीं आया था फलाट का, वो हमने लिख रखी है, उसमें बैलेंस सही है। अब जो ये कापियाँ हैं मिली है उनमें, जिनमें इन्होंने पैसे दे रखे हैं लेकिन उसने नहीं किए जमा, वो उससे हम उसके भी बयान लेंगे भी आपने जमा क्यों नहीं किए, और इन्होंने दिए तो ये भी लिखे देंगे हमने इतने दे रखे हैं, तब होगा इसका। आप पिछले 10 दिनों से जांच कर रहे हैं, आपकी जांच में कितना घोटाला जो सामने नजर आ रहा है? मेरे जो मैंने चेक की है ना कापियाँ, तो मेरे पास जितनी भी कापियाँ आई है ना, उनके अंदर जो कापी में बैलेंस और हमारी डिवाइस में बैलेंस है वो सही है, और उसके बाद में जिन्होंने लोगों ने दे रखे हैं ना, वो कम से कम 3 या 4 लाख का तो हमें परसों पता चले जब ये हमारे को लिखवाया है भी हमने इतने पैसे जमा करा दिए और हमारे में जमा नहीं है। आपने कहा कि डिवाइस और जो कॉपी का बैलेंस सही है, लेकिन कॉपी में तो गड़बड़ी कर दो, डिवाइस में वही चढ़ेगा। डिवाइस के अंदर ये बताओ जो कॉपी में जमा ही नहीं हुए पैसे, वो तो ये बताएंगे ना डिवाइस में सही है, कॉपी में सही है, लेकिन इन्होंने पैसे दे रखे हैं ना, वो कॉपी में जमा ही नहीं हुए, वो डिवाइस कैसे बताएगी? सरपंच तो 30 लाख का आरोप लगा रहे हैं कि 30 लाख रुपए का जो घोटाला। देखो वो तो सारी कापियां चेक होने के बाद में सभी बयान देंगे, जो सही कहेंगे इतने रुपए हमने दे रखे हैं, उसके हिसाब से टोटल लगाया जाएगा अभी कितना रुपए का उसने घपला किया है, कितने लोगों से लिए और जमा नहीं किए। यहाँ ब्रांच मैनेजर जो थे राजेश ही थे? हाँ राजेश ही थे। क्या लगता है क्या कार्रवाई की जाएगी राजेश पर? कार्रवाई है, उसको जैसे ही पता लगा ना, उसके 1 घंटे के अंदर अंदर तो उसको पुट ऑफ कर दिया गया, 1 घंटे के अंदर अंदर पुट ऑफ कर दिया गया, उसको हटा दिया गया और दूसरे को यहाँ लगा दिया गया। और उसके बाद में अब हम जो ये कापियां इकट्ठी कर रही है, लगभग कापियां हैं वो हो गई है, और कुछ कापियां इनकी मिली नहीं है क्योंकि हमारे पास आई नहीं है, वो उनको कस्टमरों को दी नहीं है। कुछ ऐसे खाताधारक है, उन्होंने बोल रहा है कि हमें पैसे हमने दे दिए, मेरा खाता खुला ही नहीं है। हमने आधार कार्ड से भी चेक किया, उनके खाते भी खुले ही नहीं है और उनके पैसे ले रखे हैं। तो वो तो जो राजेश ने लिए है और जिसने दिए है वो तो अपने अपने बयान देंगे, तभी पता चलेगा कि कितने रुपए उन्होंने दिए और उसने उनको वहां जमा क्यों नहीं किए। आप विभाग अपनी तरफ से FIR दर्ज करवाएगा, कार्रवाई करेगा राजेश कुमार? बिल्कुल करेगा जी, और लिखित में करेगा कार्रवाई। और जब ये भी बयान देंगे ना भी इतने रुपया है, उसका भी मैं इनके बयान लेके हमारे इंस्पेक्टर साहब को दूंगा, फिर उसके आधार पर ही कार्रवाई होगी। क्या लगता है विभाग इनके पैसे की पूर्ति करेगा? मैं इसके बारे में नहीं कह सकता, इंस्पेक्टर साहब हमारे वो कहेंगे, मेरा काम है रिपोर्ट देना।
शर्मा जी, गरीब जनता है, दिहाड़ी मजदूरी करने वाले लोग हैं, एक एक रुपया इकट्ठा करके जिन्होंने जमा करवाया, क्या लगता है ऐसा करना उचित था राजेश कुमार के लिए? बिल्कुल अनुचित है। मैं तो ये कहता हूँ, जब सिरसा से चकराइयाँ आते हैं ना, हरियाणा रोडवेज में 15 रुपए किराया लगता है, प्राइवेट वाले 20 लेते हैं। मैं 5 रुपए के लिए लड़ाई लड़ रहा हूँ। इनके तो अपने खून पसीने की कमाई है, चाहे वो 100 रुपए हो। इनके 100 रुपए इनके लिए कुछ नहीं होगा, लेकिन मेरे लिए 5 रुपए भी बहुत ज्यादा है। तो 100 रुपये इनके लिए 10,000 है, किसी के लिए 50,000 है। तो 100 रुपये भी बहुत ही कठिन बनते हैं, मेहनत करते हैं तब बनते हैं। आपकी तरफ से इन मजदूरों के लिए क्या कार्रवाई की है? यही है, मैं अपनी रिपोर्ट दूंगा, बिल्कुल सही दूंगा। और जिन्होंने मेरे पर आरोप लगाया, एक दलवीर सिंह ने 2 लाख रुपए लिए है, वो हमारे जब इसके मैं चेकिंग के लिए आया उस समय इसके पास 50,000 रुपए से फालतू कैश था। मैंने कहा कैश दो, ये मुझे नहीं पता कहाँ से लाया। वो मैं 1.5 लाख रुपया लेके यहाँ गया और हमारे विभाग में जमा कराया हूँ। हम रिश्वत नहीं लेते। मेरा काम यह है भी पैसे जितना डाकघर के अंदर है वो पैसा मौके पर हम गिनते हैं, अगर नहीं है तो हम उसकी कार्रवाई करते हैं। उसी समय उसने मेरे को वो पैसे दे दिए और मैं वो पैसे जाके डाकघर में एज ए रिकॉर्ड जमा करवा दिया। देखो, सबसे पहले 12 तारीख को एक मामला आया था 1.5 लाख रुपए का फ्रॉड का। यही गांव से एक कस्टमर था, उसके खाते में उसने 1.5 लाख रुपए जमा नहीं किए। वो जब आया, हमने उसमें इंक्वायरी की, पता लगा इसने नहीं करे हुए जमा, इसमें उसको तुरंत प्रभाव से सस्पेंड कर दिया। हमारे जो इस साइड के ओवरसीयर हैं रामकिशन शर्मा, उनको कह दिया भी ये लिस्ट है, आप एक बार गांव में मुनादी करवा दो, भी सारे एक बार अपनी किसी की कॉपी में अगर फ्रॉड हुआ है एंट्री एक बार चेक करवा लो, जिसके पैसे जमा नहीं है तो नोट करवा दो तो हम रिकवरी ले लें। वो 1.5 लाख उसने भर दिए। उसके बाद से वो चल रहा है अस्पताल में भर्ती, और फोन वगैरह वो उठा नहीं रहा है अभी। अगर इंस्पेक्शन में चलो 1 महीने से कर रहे हैं, किसी के कॉपी के उसने पन्ने उसको तो पता होगा कि किस कॉपी में उसने फ्रॉड किया है। जहाँ जहाँ उसने फ्रॉड किया है, अगर 2-4 पन्ने फाड़ दिए होंगे उसमें, जो एंट्री उसने गलत करी हुई है, वो सारी भी हम नोट करवा लेंगे। दोबारा इंस्पेक्शन हो जाएगी, एक एक कॉपी चेक करके जिसके एक एक के पैसे उसने ले रखे हैं उससे रिकवरी करवाई जाएगी। शर्मा जी, पिछले 10 दिन से यहाँ जांच कर रहे हैं, क्या कुछ जांच में अभी तक सामने आया? ये 12 सितंबर से यहाँ पे कर रहे हैं जांच। जो 1.5 लाख का मामला है था उसके बाद में ये शुरू हुई थी। अभी पता लगा है कि सिर्फ 1.5 लाख का मामला नहीं है, गांव के काफी लोग थे जिनके खातों से उसने उसमें एंट्री करता रहा लेकिन पैसे जमा नहीं किए, वो जेब में डालता रहा शायद। तो अभी जिनके पन्ने फाड़ दिए हैं सबकी कापियाँ एक एक बार हम दोबारा चेक करवा लेंगे। एक एक एंट्री जो ऑनलाइन उनके हो रखी है, जो नहीं हो रखी है, उनके क्लेम फार्म भरवा के विभाग से उनके क्लेम दिलवा दीजिए। लोगों का कहना है कि जिनकी एफडी तुड़वा कर पैसा ले गए या जिनके पास पासबुक नहीं है उनकी रिकवरी कैसे होगी? अगर पासबुक नहीं है, खाता उनका वहाँ पे जरूर होगा। रिकॉर्ड और भी है डाकखाने में जहाँ पे वो एंट्री करता था, सारा हमने जब्त कर रखा है। एक एक एंट्री वहाँ से मैच कर लेंगे। कुछ लोग ऐसे भी हैं जो कह रहे हैं कि अकाउंट ही नहीं खोला गया, अकाउंट खोलने का जो पैसा हमसे ले दिए। अकाउंट नहीं खोला गया, पैसे दिए हैं, रसीद होगी उसकी, कोई भी एक कागज होगा, जो भी रसीद होगी, अकाउंट ओपनिंग फार्म होगा। ऐसा है कि सीधे मैंने आपको पैसे दे दिए भी आप मेरे को ये करके दे देना, कुछ ना कुछ रिसीविंग अगर होगी उसकी जिम्मेदारी तो विभाग की है। डिपार्टमेंट उसका क्लेम सेटल करवा के देगा। एक सिंपल क्लेम फार्म है, हम भरवा लेंगे, एक एप्लीकेशन लिख के, वो केस भी उसके साथ ऐड हो जाएगा, उससे रिकवरी हो जाएगी। उससे रिकवरी बाई चांस नहीं भी होती है तो भी डिपार्टमेंट उसका क्लेम देगा। अभी तक की जांच में क्या लग रहा है, दोषी है उसने या घोटाला जो किया? डेफिनेटली दोषी हमने सस्पेंड किया हुआ है, प्रूवन मामला है, फ्रॉड किया है उसने, सस्पेंड चल रहा है। इंक्वायरी एक बार कंप्लीट, सारा अगर इंक्वायरी कंप्लीट हो जाए एक बार भी टोटल इतना फ्रॉड हुआ है, उसके बाद हम एफआईआर लॉन्च करवा दें उसके अगेंस्ट कि इतनी रिकवरी हमने उससे लेनी है, फिर डिपार्टमेंटल इंक्वायरी आगे शुरू होगी। इन लोगों की रिकवरी जो है विभाग करेगा। हाँ, जिन की अभी एंट्री है यहाँ पे, सबकी रिकवरी, उससे रिकवरी लेना डिपार्टमेंट का काम है। इन सबको जो क्लेम है वो क्लेम फार्म भर भर के डिपार्टमेंट में देंगे, उनका विभाग सबका क्लेम जो भी होगा वो दे दिया जाएगा। शुभ नाम बता दो। मेरा नाम सोनू कुमार, इंस्पेक्टर पोस्ट ऑफिस सिरसा।